ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੋਰਖ ਕਹਿਤ ਆਦਿ ਪੁਰਖ ਆਦੇਸ਼ ਬਾਲੀ, ਆਓ ਬੈਠ ਮੇਰੇ ਟਿਗ ਅਤ ਸਤਕਾਰੀਆ। ਗੋਰਖ ਕਹਿਤ ਆਦਿ ਪੁਰਖ ਆਦੇਸ਼ ਬਾਲੀ, ਆਓ ਬੈਠ ਮੇਰੇ ਟਿਗ ਅਤ ਸਤਕਾਰੀਆ। ਸਤਨਾਮ ਸ੍ਰੀ ਵਾਹਿਗੁਰੂ ਜੀ। ਬੰਧਨਾ ਕੋ ਲੈਤੀ ਬੰਧਤਾ ਕੋ ਦੇਤ ਜਨ, ਪ੍ਰੀਤ ਲੈਤ ਦੇਤ ਹੈ ਪ੍ਰਤੀਤ ਸੁਖ ਸਿਤ ਹੈ। ਭਾਉ ਔਰ ਲੈਤੀ ਵੱਡੋ ਪ੍ਰਭਾਵ ਦੇਤ ਆਪ, ਨਿਰਗੁਣ ਪਦ ਦੇਤ ਗੁਣ ਦੇ ਕਲਿਤ ਹੈ। ਥੋੜੀ ਜਿਹੀ ਭੇਟ ਲੈਤ ਜਮ ਕੀ ਅਭੇਟ ਦੇਤ, ਸਤਿਗੁਰ ਨਾਨਕ ਜੀ ਕਰ ਨਾਨਕੇਤ ਹੈ। ਹੰਤਾ ਲੈਤ ਦਰਸ਼ਨ ਕੀ ਅਹੰ ਬ੍ਰਹਮ ਦੇਤ ਔਰ, ਮਨ ਲੈਤ ਚਰਨ ਮੈਂ ਮੁਕਤ ਕੋ ਦੇਤ ਹੈ। ਏਕ ਓੰਕਾਰ ਸਤਿਗੁਰ ਤੇ ਪ੍ਰਸਾਦ ਸਚ ਹੋਈ, ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ, ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਿਸ਼ਲ ਪਤਤ ਪਾਵਨ ਦੀਨਾ ਬੰਧੂ ਤਿੰਨੇ ਲੋਕਾਂ ਦੇ ਮਾਲਕ, ਸਾਂਝੇ ਰਹਿਬਰ, ਨਿਰੰਕਾਰੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਦੋਂ ਗੋਰਖਨਾਥ ਪਹਿਲਾਂ ਹੀ ਗੁਰੂ ਬਾਬਾ ਜੀ ਤੋਂ ਹਾਰ ਖਾ ਕੇ ਚਲਿਆ ਗਿਆ। ਸੁਮੇਰ ਪਰਬਤ ਦੇ ਉੱਪਰਲੇ ਪਾਸੇ ਪਹਿਲਾਂ ਇਹਨੇ ਐਸੀ ਜਿਹੜੀ ਇੱਕ ਤਰ੍ਹਾਂ ਦੀ ਮਾਇਆ, ਹੀਰੇ ਜਵਾਹਰ ਆਦਿਕ ਦਿਖਾ ਕਰਕੇ ਬੜੀ ਭਰਮਾਉਣ ਦੀ ਕੋਸ਼ਿਸ਼ ਕੀਤੀ। ਬਾਬਾ ਆਇਆ ਪਾਣੀ ਹੈ, ਡਿੱਠੇ ਰਤਨ ਜਵੇਰ ਲਾਲਾ। ਬਾਬੇ ਆਖਿਆ ਨਾਥ ਜੀ ਪਾਣੀ ਠੋੜਨੀ ਉਸ ਤਾਲਾ, ਸਬਦ ਜਿਤੀ ਸਤ ਮੰਡਲੀ ਕਿ ਤੁਸੋ ਆਪਣਾ ਪੰਥ ਨਰਾਲਾ। ਗੋਰਖਨਾਥ ਨੇ ਸੋਚਿਆ ਵੀ ਸ਼ਾਇਦ ਇਹਨਾਂ ਨੇ ਤਲਾਬ ਦੇ ਵਿੱਚ ਇਹੋ ਜਿਹੇ ਚਮਕਦੇ ਧਮਕਦੇ ਹੋਏ ਹੀਰੇ ਪੰਨਿਆਂ ਮੋਤੀਆਂ ਨੂੰ ਦੇ ਕਰਕੇ ਸ਼ਾਇਦ ਭਰਮ ਜਾਣਾ। ਫਿਰ ਇਹਨਾਂ ਨੇ ਸਾਡੇ ਮਤ ਨੂੰ ਧਾਰਨ ਕਰਨ ਦੇ ਲਈ ਮਨ ਦੇ ਵਿੱਚ ਵਿਚਾਰ ਵੀ ਬਣਾ ਲੈਣੀਆਂ, ਪਰ ਦੇਖ ਲਿਆ ਵੀ ਇੱਥੇ ਤਾਂ ਤੈਸਾ ਸਵਰਨ, ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ, ਤੈਸੀ ਵਿਖ ਖਾਟੀ। ਗੁਰੂ ਬਾਬਾ ਜੀ ਤਿੰਨੇ ਲੋਕਾਂ 14 ਭਵਨਾਂ ਦੇ ਮਾਲਕ, ਹੁਣ ਉੱਥੇ ਤਾਂ ਕੋਈ ਐਸੀ ਭਰਮ ਮਨ ਦੇ ਵਿੱਚ ਪੈਦਾ ਕਰਨ ਦੀ ਕੋਈ ਸ਼ਕਤੀ ਹੈ ਹੀ ਨਹੀਂ। ਪਾਵਰ ਕਿਹਦੇ ਕੋਲ ਹੈ? ਮਾਤਲੋ ਦੀ ਧਰਤੀ 'ਤੇ ਜਿਹੜਾ ਅਰਸ਼ਾਂ ਕੁਰਸ਼ਾਂ ਦੇ ਮਾਲਕ ਗੁਰੂ ਬਾਬਾ ਜੀ ਨੂੰ ਪਰਮਾ ਸਕੇ, ਪਰ ਫਿਰ ਵੀ ਇਹਨਾਂ ਨੇ ਬੜੇ
ਆਪਾਂ ਯਤਨ ਕੀਤੇ ਵੀ ਕਿਵੇਂ ਨਾ ਕਿਵੇਂ ਇਹ ਕਿਤੇ ਸਾਡੇ ਜੋਗੀਆਂ ਦੇ ਮਤ ਨੂੰ ਧਾਰਨ ਕਰ ਲੈਣ। ਫਿਰ ਸਾਡੀ ਤਾਂ ਹੁਣ ਦੁਨੀਆ ਦੇ ਕੋਨੇ-ਕੋਨੇ 'ਚ ਚਾਰੇ ਪਾਸੇ ਬੱਲੇ-ਬੱਲੇ ਹੋ ਜਾਣੀ ਹੈ। ਪਰ ਚੰਗੀ ਤਰ੍ਹਾਂ ਜਦੋਂ ਗੋਰਖਨਾਥ ਦੇ ਮਨ ਦੇ ਵਿੱਚ ਯਕੀਨ ਭਰੋਸਾ ਪੈਦਾ ਹੋ ਗਿਆ ਵੀ ਇੱਥੇ ਤਾਂ ਸਾਡੀਆਂ ਕੋਈ ਕਰਾਮਾਤ ਸ਼ਕਤੀਆਂ ਵੀ ਨਹੀਂ ਚੱਲਣੀਆਂ ਹਨ। ਅਖੀਰ ਨੂੰ ਇਹਨੇ ਫਿਰ ਜਿਹੜੇ ਸੀ ਆਪਣੇ ਚੇਲੇ ਸੇਵਕ ਦਾਸ ਉਹਨਾਂ ਦੇ ਮਨ ਦਾ ਮਾਨ ਹੰਕਾਰ ਕੱਢਣ ਦੇ ਲਈ ਇਕੱਲੇ ਇਕੱਲੇ ਨੂੰ ਭੇਜਿਆ। ਗੋਰਖਨਾਥ ਨੇ ਵੀ ਜਾ ਕਰਕੇ ਜਿੱਤੋਂ ਕੋਈ ਤੁਹਾਡੇ ਵਿੱਚੋਂ ਜਿਹੜਾ ਨਾਨਕ ਤਪਾ ਜੀ ਨੂੰ ਥੱਲੇ ਹੀ ਮੈਦਾਨੇ ਲੱਗ ਦੇ ਵੱਲ ਮੋੜ ਦੇ। ਪਰ ਸਾਰੇ ਵਿਚਾਰੇ ਹਾਰ ਖਾ ਖਾ ਕੇ ਵਾਪਸ ਮੁੜ ਰਹੇ ਸੀ। ਅਖੀਰ ਨੂੰ ਸ਼ੰਭੂਨਾਥ ਨੂੰ ਪੁੱਛਿਆ ਵੀ ਦੱਸ ਤੈਂ ਨਾਨਕ ਤਪਾ ਜੀ ਨੂੰ ਕਿਹੋ ਜਿਹਾ ਦੇਖਿਆ, ਕਿਤਨੀਆਂ ਬਰਕਤਾਂ ਸ਼ਕਤੀਆਂ ਕਰਾਮਾਤਾਂ ਪਾਈਆਂ ਜਾਂਦੀਆਂ ਨੇ ਉਹਨਾਂ ਦੇ ਮਨ ਦੇ ਅੰਦਰ। ਕਹਿ ਲੱਗਿਆ ਵੀ ਮੈਨੂੰ ਤਾਂ ਉਹਨਾਂ ਦੇ ਕੋਈ ਬਚਨਾਂ ਦੀ ਸਮਝ ਪੈਂਦੀ ਹੀ ਨਹੀਂ, ਐਵੇਂ ਬਸ ਕਮਲਿਆਂ ਸਦਾਈਆਂ ਦੇ ਸਮਾਨ ਬੋਲੀ ਜਾਂਦੇ ਹਨ। ਗੋਰਖਨਾਥ ਫਿਰ ਆਪਣੇ ਚੇਲੇ ਮੰਗਲਨਾਥ ਨੂੰ ਪੁੱਛਿਆ ਵੀ ਦੱਸ ਸੱਚੀ ਗੱਲ ਕਿਹੜੀ ਹੈ। ਪਰ ਜਦੋਂ ਐਸੀਆਂ ਜਿਹੜੀਆਂ ਲਾਹਨਤਾਂ ਗੋਰਖਨਾਥ ਨੇ ਆਪ ਇਸ ਸ਼ੰਭੂਨਾਥ ਨੂੰ ਪਾਈਆਂ ਵੀ ਤੁਸੀਂ ਤਾਂ ਇਹ ਘਰ ਦੇ ਵਿੱਚ ਹੀ ਲੜਾਈ ਝਗੜਾ ਪਾ ਲਿਆ ਹੈ, ਅਜੇ ਤੱਕ ਜਿੱਤ ਤਾਂ ਸਕਿਆ ਨਹੀਂ ਕੋਈ ਵੀ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਐਵੇਂ ਆ ਕਰਕੇ ਵੱਡੀਆਂ ਵੱਡੀਆਂ ਡਿੰਗਾ ਜ਼ਰੂਰ ਮਾਰੀ ਜਾਂਦੇ ਹੋ। ਗੁਰੂ ਬਾਬਾ ਜੀ ਵੀ ਭਾਈ ਬਾਲਾ ਔਰ ਮਰਦਾਨੇ ਦੇ ਸਮੇਤ ਚਲਦਿਆਂ ਬੜੀ ਉਚਾਈ 'ਤੇ ਪਹੁੰਚ ਗਏ। ਮਰਦਾਨਾ ਜੀ ਕਹਿਣ ਲੱਗਿਆ ਸੱਚੇ ਪਾਤਸ਼ਾਹ ਵੀ ਆਪਾਂ ਨੇ ਅਜੇ ਕਿਤਨੇ ਕੁ ਟਾਈਮ ਤੱਕ ਸਿੱਧਾਂ ਦੀ ਮੰਡਲੀ ਦੇ ਵਿੱਚ ਹਾਜ਼ਰ ਹੋਣਾ ਹੈ। ਸਤਿਗੁਰੂ ਜੀ ਕਹਿਣ ਲੱਗੇ ਵੀ ਹੁਣ ਜ਼ਿਆਦਾ ਟਾਈਮ ਨਹੀਂ ਲੱਗੇਗਾ। ਉਧਰੋਂ ਫਿਰ ਗੋਰਖਨਾਥ ਨੇ ਆਪਣੇ ਵੱਲੋਂ ਭਰਤਰੀ ਜੀ ਨੂੰ ਭੇਜਿਆ ਵੀ ਤੈਂ ਨਾਨਕ ਤਪਾ ਜੀ ਨੂੰ ਬੜੇ ਮਾਣ ਸਤਿਕਾਰ ਦੋਵੇਂ ਹੱਥ ਜੋੜ ਕੇ ਬੇਨਤੀ ਕਰਨੀ ਹੈ ਵੀ ਆ ਕਰਕੇ ਮੰਡਲੀ ਦੇ ਵਿੱਚ ਸਿੱਧਾਂ ਨੂੰ ਦਰਸ਼ਨ ਦਿਓ। ਤੇ ਸਿੱਧਾਂ ਦੇ ਆਪਣੇ ਦਰਸ਼ਨ ਵੀ ਕਰ ਲੈਣੇ ਹਨ। ਥੋੜ੍ਹੇ ਟਾਈਮ ਦੇ ਅੰਦਰ ਅੰਦਰ ਗੁਰੂ ਬਾਬਾ ਜੀ ਜਦੋਂ ਇਹਨਾਂ ਦੀ ਸਿੱਧ ਮੰਡਲੀ ਦੇ ਵਿੱਚ ਪਹੁੰਚੇ, ਉਸ ਵਕਤ ਗੋਰਖਨਾਥ ਨੇ ਬੜਾ ਮਾਣ ਸਤਿਕਾਰ ਕੀਤਾ। ਦੀਨ ਦੁਨੀਆ ਦੇ ਮਾਲਕ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੋਰਖ ਕਹਿਤ ਆਦ ਪੁਰਖ ਆਦੇਸ਼ ਬਾਲੀ। ਉਸ ਸਮੇਂ ਗੋਰਖਨਾਥ ਕਹਿਣ ਲੱਗਿਆ ਇਹ ਗੁਰੂ ਬਾਬਾ ਜੀ ਆਪਾਂ ਨੇ ਤਾਂ ਉਸ ਨਿਰੰਕਾਰ ਭਗਵਾਨ ਪਰਮਾਤਮਾ ਦੇ ਅੱਗੇ ਬਾਰ-ਬਾਰ ਜਿਹੜੀ ਹੈ ਉਦੇਸ਼ ਉਚਾਰਨ ਕਰਨੀ ਹੈ। ਆਓ ਬੈਠ ਮੇਰੇ ਟਿਕ ਅਤ ਸਤਕਾਰੀਆ। ਅਤ ਸਤਕਾਰਿਆ ਬੜੇ ਹੀ
ਮਾਣ ਸਤਿਕਾਰ ਦੇ ਸਹਿਤ ਉਸ ਸਮੇਂ ਗੁਰੂ ਬਾਬਾ ਜੀ ਨੂੰ ਨਾ ਗੋਰਖਨਾਥ ਨੇ ਬਿਲਕੁਲ ਆਪਣੇ ਨੇੜੇ ਬਿਠਾ ਲਿਆ। ਮਨ ਮੈਂ ਵਿਚਾਰੈ ਮਤ ਹਮਰੋ ਜੇ ਧਾਰੈ ਇਹ। ਅਜੇ ਵੀ ਐਸੀਆਂ ਜਿਹੜੀਆਂ ਵਿਚਾਰਾਂ ਗੋਰਖਨਾਥ ਦੇ ਮਨ ਦੇ ਵਿੱਚ ਪੈਦਾ ਹੋਣ ਲੱਗ ਪਈਆਂ ਵੀ ਜਿਨ੍ਹਾਂ ਦੇ ਫਰਥਾਏ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ 12 ਦੇ ਵਿੱਚ ਬਚਨ ਕੀਤੇ ਹੋਏ ਨੇ। ਸਿੱਧੀ ਮਨੇ ਵਿਚਾਰਿਆ ਕਿ ਮੈਂ ਦਰਸ਼ਨ ਲੈਵਾ ਇਹ ਬਾਲਾ। ਹੁਣ ਉਹਨਾਂ ਦੀਆਂ ਉਮਰਾਂ ਨੇ ਬਹੁਤ ਵੱਡੀਆਂ ਵੱਡੀਆਂ। ਗੁਰੂ ਬਾਬਾ ਜੀ ਤਾਂ ਬਸ ਉਹਨਾਂ ਨੂੰ ਇੱਕ ਆਮ ਇਹ ਬਾਲਕਿਆਂ ਦੇ ਸਮਾਨ ਹੀ ਨਜ਼ਰ ਆਉਂਦੇ ਸਨ। ਸੋਚਣ ਲੱਗ ਪਿਆ, ਸਿੱਧੀ ਮਨੇ ਵਿਚਾਰਿਆ ਕਿ ਮੈਂ ਦਰਸ਼ਨ ਲੈਵਾ ਇਹ ਵਾਲਾ ਵੀ। ਜੇ ਕਿਤੇ ਸਾਡੇ ਜੋਗੀਆਂ ਦੇ ਮਤ ਨੂੰ ਧਾਰਨ ਕਰ ਲੈਣ, ਐਸਾ ਜੋਗੀ ਕਲੀਮ ਹੈ ਹਮਰੇ ਪੰਥ ਕਰਿਓ ਜੀ ਆਲਾ। ਵੀ ਕਲਯੁਗ ਦੇ ਸਮੇਂ ਦੇ ਵਿੱਚ ਇਹਨਾਂ ਨੇ ਤਾਂ ਸਾਡਾ ਜਿਹੜਾ ਜੋਗੀਆਂ ਦਾ ਪੰਥ ਹੈ ਨਾ, ਇਹਨੂੰ ਸੰਸਾਰ ਦੇ ਵਿੱਚ ਚਾਰੇ ਪਾਸੇ ਹੀ ਬੜਾ ਪ੍ਰਸਿੱਧ ਕਰ ਦੇਣਾ। ਐਸਾ ਜੋਗੀ ਕਲੀਮ ਹੈ ਹਮਰੇ ਪੰਥ ਕਰਿਓ ਜੀ ਆਲਾ। ਤਾਂ ਸਾਰੀ ਦੁਨੀਆ ਦੇ ਵਿੱਚ ਸਾਡੇ ਪੰਥ ਨੂੰ ਚਮਕਾ ਦੇਣਗੇ। ਗੁਰੂ ਬਾਬਾ ਜੀ ਬਹਿ ਗਏ ਜਾ ਕੇ ਗੋਰਖਨਾਥ ਦੇ ਕੋਲ। ਫਿਰ ਵੀ ਐਸੇ ਫੁਰਨੇ ਨਾ ਇਹਦੇ ਅੰਦਰ ਪੈਦਾ ਹੋਣ ਲੱਗ ਪਏ ਹਨ। ਜਗਤ ਬਿਥਾਰੈ ਜਸ ਭੂਰ ਹੀ ਪੁਜਾਰੀਆ। ਵੀ ਜਦੋਂ ਦੁਨੀਆ ਦੇ ਵਿੱਚ ਸਾਡੇ ਪੰਥ ਦੀ ਵਡਿਆਈ ਜਸ ਫੈਲ ਗਿਆ, ਫਿਰ ਲੋਕਾਂ ਨੇ ਆ ਕਰਕੇ ਉਹ ਜਿਹੜੀ ਪੂਜਾ ਪ੍ਰਤਿਸ਼ਠਾ ਇਹ ਸਾਰੇ ਜੋਗੀਆਂ ਦੀ ਕਰਨ ਲੱਗ ਜਾਣਾ। ਐਸੇ ਭਰਥਰੀ ਸੰਗ ਬੋਲਿਓ ਲਿਆਇਓ ਪਿਆਲਾ। ਉਸ ਸਮੇਂ ਭਰਤਰੀ ਨਾਥ ਨੂੰ ਕਹਿਣ ਲੱਗਿਆ, ਗੋਰਖਨਾਥ ਕਹਿ ਵੀ ਐਂ ਕਰ, ਆ ਜਿਹੜਾ ਸ਼ਰਾਬ ਦਾ ਪਰ ਕੇ ਪਿਆਲਾ ਤੈਂ ਨਾਨਕ ਤਪਾ ਜੀ ਨੂੰ ਪਿਲਾਉਣਾ। ਜਦੋਂ ਪੀ ਗਏ ਨਾ ਇਹ, ਨਾਲ ਦੀ ਨਾਲ ਇਹਨਾਂ ਦੀ ਜਿਹੜੀ ਬਿਰਤੀ ਜ਼ੋੜਾ ਜਾਣੀ ਹੈ। ਨਾਨਕ ਕੋ ਦੇਹੋ ਲਿਬ ਲਾਗੈ ਮਤਵਾਰੀਆ। ਜਦੋਂ ਪੀ ਲਿਆ ਨਾ ਭਰ ਕੇ ਪਿਆਲਾ ਇਹਨਾਂ ਦੇ ਮੱਧ ਦਾ, ਬਸ ਨਾਲ ਦੀ ਨਾਲ ਲੈਵਲ ਲਗਾ ਕਰਕੇ ਬਸ ਇਹਨਾਂ ਨੇ ਮਸਤਾਨੇ ਬਣ ਜਾਣਾ। ਕਬਿਤ ਆਨਿਓ ਤਬ ਧਾਈ ਗੁਰੂ ਅਗਰਜ ਬਣਾਈ ਰੱਖਿਓ। ਹੁਣ ਭਰਤਰੀ ਨੇ ਤਾਂ ਆਪਣੇ ਮੁਰਸ਼ਦ ਦੀ ਆਗਿਆ ਦਾ ਪਾਲਣ ਕਰਨਾ ਹੀ ਹੈ ਨਾ। ਲਿਆ ਕਰਕੇ ਉਹ ਬਹੁਤ ਵੱਡਾ ਜਿਹੜਾ ਪਿਆਲਾ ਜਾ ਗੁਰੂ ਬਾਬਾ ਜੀ ਦੇ ਅੱਗੇ ਰੱਖ ਦਿੱਤਾ ਹੈ। ਪੂਜੈ ਮਤ ਵਾਲਾ ਬਾਲੀ ਜਾਂ ਕੋ ਅਬ ਪੀਜੀਏ। ਗੋਰਖਨਾਥ ਕਹਿਣ ਲੱਗਿਆ, ਐ ਬਾਲਕਿਆ ਪੀ ਲੈ ਇਹਨੂੰ, ਫਿਰ ਤੈਨੂੰ ਪਤਾ ਲੱਗੂ ਵੀ ਇਹਦੇ ਵਿੱਚ ਕਿਤਨੀ ਮਸਤੀ, ਕਿਤਨਾ ਜਿਹੜਾ ਸਰੋਰ ਭਰਿਆ ਹੋਇਆ ਹੈ। ਸ਼੍ਰੀ ਗੁਰਬਖਾਨੀ ਇਹ ਕੈਸੇ ਆਨਿਓ ਪਾਣੀ ਤੁਮ। ਗੁਰੂ ਬਾਬਾ ਜੀ ਪੁੱਛਣ ਲੱਗੇ, ਗੋਰਖਨਾਥ ਇਉਂ ਦੱਸ ਇਹ ਪਾਣੀ ਜਾ ਕਿੱਥੋਂ ਤੁਸੀਂ ਤਿਆਰ ਕਰਕੇ ਲਿਆਂਦਾ ਹੈ? ਗੋਰਖ ਕਹਿਤਾ ਪੀਵ ਲਿਬ ਕੋ ਲਗੀਜੀਏ। ਗੋਰਖਨਾਥ ਨੇ ਬੇਨਤੀ ਕੀਤੀ, ਪਹਿਲਾਂ ਪੀਓ ਤਾਂ ਸਹੀ ਨਾ, ਫਿਰ ਹੀ ਤੁਹਾਨੂੰ ਇਹਦੇ ਸਵਾਦ, ਇਹਦੀ ਜਿਹੜੀ ਇਹਦੇ ਵਿੱਚ ਮਸਤੀ ਭਰੀ ਹੋਈ ਆ ਉਹਦੇ ਬਾਰੇ ਪਤਾ ਲੱਗਣਾ ਹੈ। ਸੀਸ ਹੂੰ ਤੇ ਕਾਲ ਟਰੈ ਭੁਖ ਪਿਆਸ ਦੋਉ ਹਰੈ। ਜਦੋਂ ਇਹਨੂੰ ਪੀ ਲਿਆ, ਨਾਲ ਦੀ ਨਾਲ ਚੌਂਕੜਾ ਮਾਰ ਕੇ ਤੁਸੀਂ ਸਮਾਧੀ ਦੇ ਵਿੱਚ ਜੁੜ ਜਾਣਾ ਹੈ। ਜਦੋਂ ਸਮਾਧੀ ਲੱਗੀ, ਆ ਜਿਹੜੀ ਮੌਤ ਇਹ ਤੁਹਾਡੇ ਸੀ ਤੋਂ ਸਦਾ ਵਾਸਤੇ ਟਲ ਜਾਏਗੀ। ਉਸ ਭੁਖ ਪਿਆਸ ਦੋਉ ਹਰੈ। ਨਾ ਤੁਹਾਨੂੰ ਕਦੇ ਭੁੱਖ ਤੇ ਨਾ ਕਦੇ ਲੱਗੇ ਪਿਆਸੇ ਵੀ, ਸਦਾ ਦੇ ਲਈ ਤੁਹਾਡੇ ਅੰਦਰੋਂ ਇਹਨੇ ਖਤਮ ਕਰ ਦੇਣੀਆਂ ਹਨ। ਤੀਨੋਂ ਤਾਪ ਨਾਸ਼ ਕਰੈ ਚੌਥੇ ਪਦ ਭੀਜੀਏ। ਤਿੰਨੋਂ ਤਾਪ ਨਾਸ ਕਰਾ, ਜਿਹੜੇ ਨਾ ਰਜੋ ਤਮੋ ਸਤੋ ਤਿੰਨੇ ਗੁਣ, ਇਹਨਾਂ ਦਾ ਕਰਕੇ ਨਾਸ ਪ੍ਰਾਪਤ ਕੀ ਹੋਏਗਾ? ਫਿਰ ਤੁਹਾਨੂੰ ਜਿਹੜੀ ਚੌਥੀ ਪਰਮਾਰਥ ਦੀ ਪਦਵੀ
ਉਹ ਪ੍ਰਾਪਤ ਹੋ ਜਾਣੀ ਹੈ। ਬਿਸਰੈ ਜੋ ਮੇਰੀ ਤੇਰੀ ਰਿੱਧ ਸਿੱਧ ਹੋਏ ਚੇਰੀ। ਔਰ ਰਿੱਧੀਆਂ ਸਿੱਧੀਆਂ ਇਹਨਾਂ ਨੇ ਤਾਂ ਤੁਹਾਡੇ ਚਰਨਾਂ ਦੀਆਂ ਨਾ ਦਾਸੀਆਂ ਬਣ ਜਾਣਾ। ਇਹ ਜਿਹੜੀ ਮੇਰੀ ਤੇਰੀ ਹੈ, ਮੋਹ ਮਮਤਾ ਦਾ ਪਤਾ ਹੀ ਲੱਗਣਾ ਵੀ ਕਿੱਥੇ ਚਲੀਆਂ ਗਈਆਂ। ਇਹੋ ਜਿਹਾ ਰਸ, ਇਹੋ ਜੀ ਮਸਤੀ, ਇਹਨੂੰ ਪੀ ਕੇ ਤੁਹਾਡੇ ਅੰਦਰ ਪੈਦਾ ਹੋ ਜੂ। ਸੁਣੀਏ ਕਨੇਰੀ ਧੁਨਾ ਅਮਰ ਹੋ ਬੀਜੀ। ਜਿਹੜੀ ਹੈ ਅਨਾਦਿ ਦੀ ਧੁਨੀ ਸੁਣ ਕਰਕੇ ਫਿਰ ਤੁਹਾਨੂੰ ਜਿਹੜੀ ਅਮਰ ਪਦਵੀ ਪ੍ਰਾਪਤ ਹੋ ਜਾਏਗੀ। ਸਵਈਆ ਸ੍ਰੀ ਗੁਰ ਬੂਝਤ ਕੌਣ ਵਿਧੀ ਤੁਮ। ਗੁਰੂ ਬਾਬਾ ਜੀ ਪੁੱਛਣ ਲੱਗੇ ਵੀ ਪਹਿਲਾਂ ਇਉਂ ਦੱਸੋ, ਇਹ ਜਿਹੜਾ ਪਾਣੀ ਜਿਹਾ ਨਾ, ਇਹ ਕਿਹੜੇ ਢੰਗ ਤਰੀਕੇ ਦੁਆਰਾ ਤੁਸੀਂ ਤਿਆਰ ਕੀਤਾ ਹੈ? ਕਾਢ ਲਿਓ ਮਦ ਦੇਹੋ ਬਤਾਈ। ਕਿਵੇਂ ਇਹੋ ਜਿਹਾ ਮਦ, ਇਹੋ ਜਿਹਾ ਨਸ਼ਾ ਤੁਸੀਂ ਆਪਣਾ ਇਹ ਜਿਹੜਾ ਤਿਆਰ ਕੀਤਾ ਹੋਇਆ ਹੈ? ਚੰਗਰ ਭਾਖੈ ਕਰੀ ਪਠੀਆ ਛਿਤ। ਚੰਗਰ ਭਾਖਾ ਜਿਹੜਾ ਸੀ ਚੰਗਰਨਾਥ, ਉਹ ਫਿਰ ਇਹ ਸਾਰਾ ਜਿਹੜਾ ਢੰਗ ਤਰੀਕਾ ਦੱਸਣ ਲੱਗਿਆ ਵੀ ਪਹਿਲਾਂ ਤਾਂ ਅਸੀਂ ਧਰਤੀ ਦੇ ਉੱਪਰ ਬਹੁਤ ਵੱਡੀ ਨਾ ਇੱਕ ਛਿੱਤ ਭਾਵ ਧਰਤੀ ਦੇ ਉੱਪਰ ਭੱਠੀ ਤਿਆਰ ਕੀਤੀ ਹੈ। ਲਾਹਨ ਕੋ ਕਰਕੇ ਕਸ ਪਾਈ। ਲਾਹਣ ਕੋ ਕਰ ਕਸ ਪਾਈ। ਹੁਣ ਜਿਵੇਂ ਸ਼ਰਾਬ ਤਿਆਰ ਕਰਨ ਵੇਲੇ ਗੁੜ ਹੈ, ਕਿੱਕਰ ਦਾ ਸੱਕ ਹੈ, ਇਸੇ ਤਰ੍ਹਾਂ ਧਾਵੇ ਦੇ ਪੱਤੇ, ਬੜੀਆਂ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ, ਜੋ ਵੀ ਸਮਾਨ ਇਹਦੇ ਵਿੱਚ ਪਾਇਆ ਜਾਂਦਾ ਹੈ। ਭਾਵਕ ਜਾਰ ਕੈ ਲਾਏ ਨਲੀ ਘਟ। ਫਿਰ ਉਹਦੇ ਤਲੇ ਅੱਗ ਜਾਲ ਕੇ ਜਿਹੜਾ ਘੜਾ ਹੈ ਉਹਦੇ ਨਾਲ ਹੀ ਲਗਾ ਕਰਕੇ ਤਿਆਰ ਕੀਤੀ ਹੈ। ਤੋ ਮਦ ਕੀ ਸ਼ੁਭ ਧਾਰ ਚੁਆਈ। ਹੌਲੀ ਹੌਲੀ ਫਿਰ ਮੱਧ ਦੀ, ਇਹ ਸ਼ਰਾਬ ਦੀ ਜਿਹੜੀ ਧਾਰ ਉਹਦੇ ਵਿੱਚੋਂ ਨਿਕਲਣ ਲੱਗ ਪਈ ਹੈ। ਪੀਵਤ ਹੀ ਦੁਖ ਸੁਖ ਸਮਾਨ। ਕਹਿ ਲੱਗਿਆ ਪੀ ਕੇ ਦਾ ਦੇਖੋ ਨਾ, ਫਿਰ ਤੁਹਾਨੂੰ ਨਾ ਦੁੱਖ ਨਾ ਸੁੱਖ ਦਾ ਕੋਈ ਪਤਾ ਹੀ ਲੱਗਣਾ। ਇਹ ਇੱਕੋ ਸਮਾਨ ਤੁਹਾਨੂੰ ਭਾਸਣ ਲੱਗ ਜਾਣੇ ਹਨ। ਲੱਗੀ ਲਿਬ ਜੋ ਕਬ ਡੋਲ ਨਾ ਜਾਈ। ਲੱਗੀ ਲਿਵ ਜੋ ਕਬ ਡੋਲ ਨਾ ਜਾਈ। ਨਾ ਡੋਲਣ ਵਾਲੀ ਜਿਹੜੀ ਲਿਵ ਪ੍ਰਭੂ ਦੇ ਨਾਮ ਦੀ ਤੁਹਾਡੇ ਅੰਦਰ ਸਦਾ ਦੇ ਲਈ ਨਾ ਇਹ ਜੋੜਾ ਜਾਣੀ ਹੈ। ਦੋਹਰਾ ਕਮਲ ਬਦਨਾ ਸਭ ਸੁਖ ਸਾਧਨ। ਗੁਰੂ ਬਾਬਾ ਜੀ ਜੋ ਸਾਰੇ ਸੁੱਖਾਂ ਦੇ ਕਾਰਨ, ਔਰ ਜਿਹੜਾ ਮਹਾਰਾਜ ਦਾ ਨੂਰਾਨੀ ਚਿਹਰਾ, ਇਹ ਤਾਂ ਇਹੋ ਜੀ ਪ੍ਰੇਮਾ ਭਗਤੀ ਦੀ ਜਿਹੜੀ ਖੁਸ਼ਬੂ ਜਗਿਆਸੂਆਂ ਦੇ ਹਿਰਦੇ ਦੇ ਅੰਦਰ ਪੈਦਾ ਕਰਨ ਦੇ ਲਈ ਦਿਨ ਰਾਤ ਅੱਠੇ ਪੈਰ ਸਦਾ ਦੇ ਲਈ ਖਿੜਿਆ ਰਹਿੰਦਾ ਹੈ। ਜੋ ਸਮੇਂ ਗੁਰੂ ਬਾਬਾ ਜੀ ਦਾ ਜਿਹੜਾ ਚਿਹਰਾ ਬਿਲਕੁਲ ਕਮਲ ਦੇ ਫੁੱਲ ਦੇ ਸਮਾਨ ਖਿੜਿਆ ਹੋਇਆ ਸੀ। ਸੁਨ ਕਰ ਤਿਨ ਅਸ ਬੈਨ। ਜਦੋਂ ਐਸੇ ਚੰਗਰਨਾਥੋਂ ਜਿਹੜੇ ਬਚਨ ਮਹਾਰਾਜ ਨੇ ਆਪ ਕੰਨਾਂ ਦੇ ਨਾਲ ਸੁਣ ਲਏ। ਬੋਲੇ ਮਦ ਕੀ ਜੁਗਤ ਸੋ। ਉਹ ਸਮੇਂ ਇਹ ਹੈ ਨਾ, ਇਹ ਤਾਂ ਹੈ ਇੱਕ ਤਰ੍ਹਾਂ ਦਾ ਨਸ਼ਾ, ਦੁਨਿਆਵੀ ਕਹਿ ਲਓ, ਸ਼ਰਾਬ ਹੈ, ਕਬਾਬ ਹੈ, ਕਿਤਨੇ ਪ੍ਰਕਾਰ ਦੇ ਨਸ਼ਿਆਂ ਦੀ ਜਿਹੜੀ ਦੁਰਵਰਤੋਂ ਅੱਜ ਵੀ ਬੜੇ ਲੋਕ ਸੰਸਾਰ ਦੇ ਵਿੱਚ ਕਰਦੇ ਹਨ। ਪਰ ਮਹਾਰਾਜ ਕਹਿਣ ਲੱਗੇ ਵੀ ਅਸੀਂ ਤਾਂ ਇੱਕ ਜਿਹੜਾ ਇਹ ਰਸਨਾ ਤੋਂ ਅਨਰਸ ਰਾਚਰੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲਾ ਪੀਆ ਹਰ ਰਸ, ਬੌੜ ਨਾ ਤ੍ਰਿਸ਼ਨਾ ਲਾਗਾ ਆਏ। ਇਹੋ ਰਸ ਕਰਮੀ ਪਾਈ ਹੈ। ਪਰ ਇਹ ਜਿਹੜਾ ਨਾਮ ਦਾ ਰਸ ਜਿਤਨਾ ਤੇਰ ਪ੍ਰਾਪਤ ਨਹੀਂ ਨਾ ਹੁੰਦਾ, ਇਹ ਰਸਨਾ ਤੂੰ ਅਨਰਸ ਰਾਚਰੀ ਤੇਰੀ ਪਿਆਸ ਨਾ ਜਾਏ। ਇਹਨਾਂ ਨਸ਼ਿਆਂ ਦੇ ਨਾਲ ਆ ਜਿਹੜੀ ਪਿਆਸ ਹੈ ਨਾ, ਤ੍ਰਿਸ਼ਨ ਹੈ ਔਰ ਦੁਬਦਾ, ਇਹ ਕਦੇ ਵੀ ਅੰਦਰੋਂ ਦੂਰ ਨਹੀਂ ਹੋਏਗੀ। ਪਰ ਇਹ ਜਿਹੜਾ ਵਾਹਿਗੁਰੂ ਦੇ ਨਾਮ ਦਾ ਰਸ, ਇਹੋ ਹਰ ਰਸ ਕਰਮੀ ਪਾਈ ਹੈ। ਸਤਿਗੁਰ ਮਿਲਾ ਜਿਸਾਏ, ਪ੍ਰਾਪਤ ਕਿਹਨਾਂ ਨੂੰ ਹੋਏਗਾ?
ਵੀ ਜਿਨ੍ਹਾਂ ਨੂੰ ਬ੍ਰਹਮ ਬੈਤੇ ਕਾਮਲ ਗੁਰੂਆਂ ਦੀ ਹੋ ਗਈ ਨਾ ਪ੍ਰਾਪਤੀ, ਉਹ ਫਿਰ ਐਸਾ ਜਿਹੜਾ ਇਹ ਨਾਮ ਦਾ ਰਸ ਆ ਦੁਨੀਆ ਦੇ ਵਿੱਚ ਪ੍ਰਾਪਤ ਕਰ ਲੈਂਦੇ ਹਨ। ਇਹੋ ਜਿਹੇ ਰਸ ਬਾਰੇ ਫਿਰ ਉਸ ਸਮੇਂ ਗੁਰੂ ਬਾਬਾ ਜੀ ਨੇ ਸਿੱਧਾਂ ਦੇ ਨਾਲੇ ਬਚਨ ਕੀਤੇ ਸੀ। ਜੋ ਦਾਸਨ ਗਤ ਦੈਨ, ਜਿਹੜੇ ਬਚਨ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗਤ ਦੇਣ ਪ੍ਰੇਮੀਆਂ ਨੂੰ, ਸੇਵਕਾਂ ਦਾਸਾਂ ਨੂੰ ਇਹ ਮੁਕਤੀ ਦਾ ਜਿਹੜਾ ਦਾਨ ਦੇਣ ਵਾਲੇ ਹਨ। ਆਸਾ ਮਹੱਲਾ ਪਹਿਲਾ, ਗਿਆਨ ਧਿਆਨ ਕੀ ਲਾਹਨ ਮਾਂਡੀ। ਇਹ ਜਿਹੜਾ ਸ਼ਬਦ ਵੈਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਤਾਂ ਨਹੀਂ ਹੈ, ਪਹਿਲਾਂ ਵੀ ਦੀਨ ਦੁਨੀਆ ਦੇ ਮਾਲਕ ਨੇ ਆਸਾ ਰਾਗ ਦੇ ਵਿੱਚ ਸ਼ਬਦ ਉਚਾਰਨ ਕਰਕੇ ਜਿਹੜਾ ਸੱਚਾ ਮਦ ਪਰਮਾਤਮਾ ਦੇ ਨਾਮ ਦਾ ਰਸ ਉਹਦੇ ਬਾਰੇ ਗੁਰੂ ਬਾਬਾ ਜੀ ਨੇ ਬਚਨ ਕੀਤੇ ਸੀ। ਭਰਤਰੀ ਜੀ ਦੇ ਨਾਲ ਉਹਨਾਂ ਦਾ ਹੀ ਤਕਰੀਬਨ ਜਿਹੜਾ ਅਨੁਵਾਦ ਕਵੀ ਜੀ ਨੇ ਇਹ ਆਮ ਵਾਰਤਕ ਦੇ ਵਿੱਚ ਕੀਤਾ ਹੋਇਆ ਹੈ। ਮਹਾਰਾਜ ਉਸ ਸਮੇਂ ਕਹਿਣ ਲੱਗੇ, ਗਿਆਨ ਧਿਆਨ ਕੀ ਲਾਹਨ, ਗਿਆਨ ਧਿਆਨ ਕੀ ਲਾਹਨ ਮਾਂਡੀ। ਗਿਆਨ ਧਿਆਨ ਕੀ ਲਾਹਨ ਮਾਂਡੀ। ਗਿਆਨ ਹੁੰਦਾ ਹੈ ਨਿਰਗੁਣ ਪਰਮਾਤਮਾ ਦਾ, ਜਿਹਨੂੰ ਗੁਰੂ ਕਰਦੇ ਵੇਦ ਵਿਆਸ ਭਾਈ ਗੁਰਦਾਸ ਜੀ ਨੇ ਪਰਮਹੰਸਾਂ ਦੀ ਉਦਾਹਰਣ ਦੇ ਕਰਕੇ ਸਮਝਾਇਆ ਵੀ ਹੋਇਆ ਹੈ ਵੀ ਜਿਵੇਂ ਹੰਸ ਜਾਨਵਰ ਦੀ ਚੁੰਝ ਦੇ ਵਿੱਚ ਇਹ ਬਹੁਤ ਵੱਡਾ ਇੱਕ ਗੁਣ ਹੈ, ਵਿਸ਼ੇਸ਼ਤਾ ਹੀ ਹੈ। ਜੇ ਕਿਤੇ ਬਰਤਨ ਦੇ ਵਿੱਚ ਪਾ ਕਰਕੇ ਦੁੱਧ ਰੱਖਿਆ ਜਾਏ, ਉਹਦੇ ਅੱਗੇ ਮਾੜੀ ਜੀ ਚੁੰਝ ਪਾਈ ਨਹੀਂ, ਫੁੱਟੀਆਂ ਲਹਿਦਾ ਤੇ ਪਾਣੀ ਇੱਕ ਪਾਸੇ ਹੋ ਜਾਣਾ। ਇਸੇ ਤਰ੍ਹਾਂ ਗਿਆਨ ਨਿਰਗੁਣ ਪਰਮਾਤਮਾ ਧਿਆਨ ਕੀਦਾ, ਸਰਗੁਣ ਅਕਾਲ ਪੁਰਖ ਵਾਹਿਗੁਰੂ ਦਾ, ਗੁਰ ਕੀ ਮੂਰਤ ਮਨ ਮੈਂ ਧਿਆਨ। ਭਾਈ ਗੋਂਦਾ ਜੀ ਨੇ ਕੈਸਾ ਧਿਆਨ ਧਰਿਆ ਸੀ ਨਾ, ਸਤਿਗੁਰੂ ਆਰੈ ਸਾਹਿਬ ਜੀ ਮਹਾਰਾਜ ਦੇ ਪਾਵਨ ਚਰਨਾਂ ਦਾ ਐਸੀ ਉਹਦੀ ਜਿਹੜੀ ਬਿਰਤੀ ਜਦੋਂ ਇਕਾਗਰ ਹੋਈ, ਤ੍ਰਿਪਟੀ ਦੇ ਵਿੱਚ ਲੀਨ ਹੋ ਗਏ ਭਾਈ ਗੋਂਦਾ ਜੀ। ਧਿਆਤਾ ਧਿਆਨ ਥੇ ਜਦੋਂ ਇਹਨਾਂ ਦਾ ਹੋ ਗਿਆ ਭਾਵ ਐਸਾ ਜਿਹੜਾ ਧਿਆਨ ਭਾਈ ਗੋਂਦਾ ਜੀ ਨੇ ਸਤਿਗੁਰੂ ਆਰੈ ਸਾਹਿਬ ਜੀ ਮਹਾਰਾਜ ਦੇ ਚਰਨਾਂ ਦਾ ਆਪਣੇ ਮਨ ਦੇ ਵਿੱਚ ਵਸਾਇਆ ਨਾ, ਧਿਆਨ ਦੇ ਬਸ ਹੋ ਕੇ ਸਤਿਗੁਰੂ ਆਰੈ ਸਾਹਿਬ ਜੀ ਮਹਾਰਾਜ ਨੇ ਕਿਤਨਾ ਟਾਈਮ ਸਿੰਘਾਸਣ ਦੇ ਉੱਪਰ ਬੈਠਿਆਂ ਬਿਠਾਇਆਂ ਬਤੀਤ ਕੀਤਾ। ਜਦੋਂ ਭਾਈ ਗੋਂਦਾ ਜੀ ਸਮਾਧੀ ਤੋਂ ਹੋਏ ਨਾ ਉਥਾਨ, ਉਧਰੋਂ ਫਿਰ ਸਤਿਗੁਰੂ ਆਰੈ ਸਾਹਿਬ ਜੀ ਮਹਾਰਾਜ ਨੇ ਆਪਣੇ ਚਰਨ ਹਿਲਾਏ। ਸੰਗਤਾਂ ਪੁੱਛਣ ਲੱਗੀਆਂ, ਸੱਚੇ ਪਾਤਸ਼ਾਹ ਅੱਜ ਆਪਣੇ ਕੈਸਾ ਕੌਤਕ ਵਰਤਾਇਆ। ਵੀ ਉਸੇ ਤਰ੍ਹਾਂ ਸਿੰਘਾਸਣ ਦੇ ਉੱਪਰ ਬੈਠਿਆਂ ਬਿਠਾਇਆਂ ਕਾਫੀ ਟਾਈਮ ਬਤੀਤ ਕਰ ਦਿੱਤਾ। ਮਹਾਰਾਜ ਕਹਿਣ ਲੱਗੇ, ਭਾਈ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂ। ਕਾਬਲ ਦੇ ਵਿੱਚ ਭਾਈ ਗੋਂਦਾ ਜੀ ਨੇ ਧਿਆਨ ਦੇ ਵਿੱਚ ਇਹ ਸਾਡੇ ਚਰਨਾਂ ਨੂੰ ਜੱਫਾ ਮਾਰਿਆ ਹੋਇਆ ਸੀ। ਜੇ ਧਿਆਨ ਛੱਡੂ ਤਾਂ ਫਿਰ ਅਸੀਂ ਉੱਠਦੇ ਨਾ। ਜਦੋਂ ਧਿਆਨ ਛੱਡਿਆ ਫਿਰ ਅਸੀਂ ਸਿੰਘਾਸਣ ਤੋਂ ਉੱਠ ਖੜ੍ਹੇ ਹਾਂ। ਗਿਆਨ ਧਿਆਨ ਕੀ ਲਾਣ ਮਾਂਡੀ। ਗੁਰੂ ਬਾਬਾ ਜੀ ਕਹਿਣ ਲੱਗੇ ਵੀ ਐਸਾ ਜਿਹੜਾ ਧਿਆਨ ਹੈ ਤਾਂ ਅਸੀਂ ਉੱਠੇ ਪੈਰ ਦਿਨ ਰਾਤ ਆਪਣੇ ਮਨ ਦੇ ਅੰਦਰ ਵਸਾਇਆ ਹੋਇਆ। ਗਿਆਨ ਧਿਆਨ ਕੀ ਲਾਣ ਮਾਂਡੀ, ਬਸ ਇਹੀ ਸਾਡਾ ਲਾਣ ਹੈ, ਇਹੀ ਸਾਡਾ ਸਮਾਨ ਹੈ। ਕਾਹਦੇ ਲਈ? ਆ ਪਰਮਾਤਮਾ ਦੇ ਨਾਮ ਦਾ ਰਸ ਪ੍ਰਾਪਤ ਕਰਨ ਵਾਸਤੇ। ਕਰਨੀ ਕੀ ਕਸ ਪਾਈ। ਕਰਨੀ ਕੀ ਕਸ ਪਾਈ। ਕਸ ਤਾਵੇ ਦੇ ਫਲ
ਅੱਜ ਮੈਂ ਗਲਿਆ ਸੜਿਆ ਗੁੜ ਪਾਉਂਦੇ ਨੇ ਨਾ ਕਈ ਬਰਤਨ ਦੇ ਵਿੱਚ, ਪਰ ਜਿਹੜੀ ਸ਼ੁਭ ਕਰਨੀ ਧਾਰਨ ਕੀਤੀ ਹੋਏ ਕਰਨੀ ਕਸ ਪਾਈ। ਗੁਰੂ ਬਾਬਾ ਜੀ ਨੇ ਸਮਝਾਇਆ ਸਿੱਧੋ ਅਸੀਂ ਤਾਂ ਇੱਕ ਸ਼ੁਭ ਕਰਨੀ ਰੂਪੀ ਜਿਹੜਾ ਕਸ ਉਸ ਬਰਤਨ ਦੇ ਵਿੱਚ ਪਾਇਆ ਹੋਇਆ ਹੈ। ਭਾਉ ਪਾਠੀ ਮੈਂ ਪ੍ਰੇਮ ਸਮਾਣਾ। ਭਾਉ ਪਾਠੀ ਜੋ ਚਿੱਤ ਦੇ ਵਿੱਚ ਵਾਹਿਗੁਰੂ ਦਾ ਡਰ ਭੈ ਧਾਰਨ ਕਰਨਾ, ਭਾਉ ਪਾਠੀ ਮੈਂ ਪ੍ਰੇਮ ਸਮਾਣਾ। ਵੀ ਇਹ ਭੱਠੀ ਬਣਾਈ ਹੋਈ ਹੈ, ਜਿਹੜਾ ਡਰ ਭੈ ਪੈਦਾ ਹੋ ਗਿਆ ਤੇ ਉਹਦੇ ਵਿੱਚ ਫਿਰ ਪ੍ਰੇਮ ਜਿਹੜਾ ਸਮਾਇਆ ਹੋਇਆ ਹੈ। ਬ੍ਰਹਮ ਕੀ ਅਗਨ ਜਲਾਈ। ਬ੍ਰਹਮ ਕੀ ਅਗਨ ਜਲਾਈ, ਬ੍ਰਹਮ ਦੀ ਪ੍ਰਾਪਤੀ ਰੂਪੀ ਇਹ ਉਸ ਭੱਠੀ ਦੇ ਵਿੱਚ ਨਾ ਇਹ ਜਿਹੜਾ ਹੈ ਨਾਮ ਰੂਪੀ ਐਸਾ ਰਸ, ਇਹੋ ਜਿਹਾ ਆਨੰਦ ਪ੍ਰਾਪਤ ਕਰਨ ਦੇ ਲਈ ਉਹਦੇ ਥੱਲੇ ਅੱਗ ਵਾਲੀ ਹੋਈ ਹੈ। ਸਿੱਧੋ ਹਮ ਮਦ ਕੇ ਮਾਤੇ ਨਾਹੀ। ਸਤਿਗੁਰੂ ਜੀ ਕਹਿਣ ਲੱਗਿਆ ਸਿੱਧੋ ਆ ਜਿਹੜਾ ਤੁਸੀਂ ਪਿਆਲਾ ਜਾਂ ਨਸ਼ੇ ਦਾ ਸ਼ਰਾਬ ਦਾ ਲਿਆ ਕਰਕੇ ਰੱਖ ਦਿੱਤਾ, ਅਸੀਂ ਇਹੋ ਜਿਹੇ ਨਸ਼ਿਆਂ ਦੀ ਕਦੇ ਵੀ ਵਰਤੋਂ ਨਹੀਂ ਕਰਦੇ, ਨਾ ਸਾਨੂੰ ਕਦੇ ਲੋੜ ਪੈਂਦੀ ਹੈ। ਜੋ ਮਤ ਵਾਲੀ ਮਦ ਕੇ ਮਾਤੀ। ਜਿਹੜਿਆਂ ਨੂੰ ਤੁਸੀਂ ਕਹਿੰਦੇ ਵੀ ਤੁਸੀਂ ਤਾਂ ਜੀ ਮਸਤ ਹੋ ਜਾਓਗੇ, ਸਮਾਧੀ ਲੱਗ ਜੂ, ਇਹ ਦੱਸੋ ਕਿਹੜੇ ਮਸਤਾਨਿਆਂ ਦੇ ਵਿੱਚ ਆਓਗੇ ਤੁਸੀਂ? ਐ ਮੈਨੂੰ ਮਦ ਬਣਾਈ ਫਿਰਦੇ ਹੋਏ ਨੇ, ਉਹ ਕਹਿੰਦੇ ਵੀ ਇਹ ਨਸ਼ਾ ਹੈ। ਜਦੋਂ ਲੈ ਗਿਆ ਫਿਰ ਤੁਹਾਡੇ ਦੇਖੋ ਸਰੀਰਾਂ ਦੇ ਵਿੱਚ ਬੜੀ ਤੋੜ ਪੈਦਾ ਹੋ ਜਾਣੀ ਹੈ। ਕਿਨ ਮਤ ਵਾਲਿਓ ਮਾਹੀ। ਇਹੋ ਜਿਹੇ ਜਿਹੜੇ ਖੋਟੇ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਉਹ ਕਿਹੜੇ ਮਸਤਾਨਿਆਂ ਦੇ ਵਿੱਚੋਂ ਹੋ ਸਕਦੇ ਹਨ? ਸੁਰਤ ਨਲੀ ਭਾਉ ਬਾਸਨ ਕੀਨਾ। ਸੁਰਤ ਨਲੀ ਜਿਹੜੀ ਸੁਰਤੀ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜੀ, ਇਹ ਸਾਡੀ ਉਸ ਬਰਤਨ ਦੇ ਨਾਲ ਨਾਲੀ ਲਗਾਈ ਹੋਈ ਹੈ। ਸੁਰਤ ਨਲੀ, ਸੁਰਤ ਨਲੀ ਭਾਉ ਬਾਸਨ ਕੀਨਾ। ਪਾਓ ਬਾਸਨ ਕੀ ਦਾ ਬਰਤਨ ਕਿਹੜਾ ਹੈ ਸਾਡੇ ਕੋਲ? ਜੋ ਵਾਹਿਗੁਰੂ ਦੇ ਚਰਨਾਂ ਦਾ ਪ੍ਰੇਮ ਸਾਡੇ ਹਿਰਦੇ ਦੇ ਅੰਦਰ ਭਰਿਆ ਹੋਇਆ ਹੈ। ਅੰਤਰ ਧਾਰ ਚੁਆਈ। ਇਹ ਜਿਹੜੀ ਨਾਮ ਦੀ ਧਾਰਾ ਅਸੀਂ ਅੰਦਰ ਹੀ ਜਵਾਈ ਹੋਈ ਆ, ਭਾਵ ਇਹਦਾ ਬਸ ਅਸੀਂ ਜਿਹੜਾ ਆਨੰਦ, ਇਹਦਾ ਰਸ ਅੰਦਰ ਹੀ ਸਦਾਵਾ ਤੇ ਮਾਣਦੇ ਰਹਿੰਦੇ ਆ। ਦਇਆ ਸੁਰਾਹੀ ਸਹਿਜ ਪਿਆਲਾ। ਦਇਆ ਸੁਰਾਈ, ਇੱਕ ਸੁਰਾਈ ਵੀ ਹੁੰਦੀ ਹੈ ਜਿਹਦੇ ਵਿੱਚ ਸ਼ਰਾਬ ਕੱਢਦੇ ਨੇ। ਇੱਧਰ ਕੀ ਆ? ਦਇਆ ਸੁਰਾਈ। ਜੋ ਚਿੱਤ ਦੇ ਵਿੱਚ ਦਇਆ ਰਹਿਮ ਹੈ, ਇਹ ਸੁਰਾਈ ਬਣਾ ਕਰਕੇ ਦਇਆ ਸੁਰਾਈ। ਸਹਿਜ ਪਿਆਲਾ, ਸਹਿਜ ਅਵਸਥਾ ਰੂਪੀ ਇਹ ਅਸੀਂ ਆਪਣੇ ਪਾਸ ਨਾ ਇਹ ਨਾਮ ਰੂਪੀ ਸ਼ਰਾਬ ਨੂੰ, ਨਾਮ ਰੂਪੀ ਰਸ ਨੂੰ ਪਾਉਣ ਦੇ ਲਈ ਪਿਆਲਾ ਰੱਖਿਆ ਹੋਇਆ ਹੈ। ਗੁਰਮਤਿ ਪੀਵੋ ਭਾਈ। ਪਰ ਪੀਂਦੇ ਉਹ ਨੇ ਗੁਰਮਤਿ ਪੀਵੋ ਭਾਈ। ਹੈ ਭਾਈ ਗੁਰੂ ਦੀ ਮਤ ਜਿਨ੍ਹਾਂ ਨੇ ਧਾਰਨ ਕਰ ਲਈ, ਉਹ ਫਿਰ ਐਸੀ ਜਿਹੜੀ ਇਹੋ ਜਿਹੇ ਮਦ ਨੂੰ, ਇਹੋ ਜਿਹੇ ਰਸ ਨੂੰ ਪ੍ਰਾਪਤ ਕਰ ਸਕਦੇ ਹਨ। ਗੁਰਮਤਿ ਨਾਮ ਫਿਰੈ ਮਤ ਵਾਲਾ। ਗੁਰਮਤਿ ਨਾਮ ਫਿਰੈ ਮਤ ਵਾਲਾ, ਜਿਨ੍ਹਾਂ ਨੂੰ ਗੁਰੂ ਦੀ ਮਤ, ਗੁਰੂ ਦੇ ਉਪਦੇਸ਼ ਦੁਆਰਾ ਕਿਤੇ ਐਸਾ ਰਸ ਪ੍ਰਾਪਤ ਹੋ ਗਿਆ, ਉਹ ਤਾਂ ਫਿਰ ਬਸ ਸਦਾ ਦੇ ਲਈ ਮਸਤ ਬਣ ਜਾਂਦੇ ਹਨ। ਏਕ ਰੰਗ ਮਹਿ ਖੇਲੈ। ਏਕ ਰੰਗ ਮੈਂ ਖੇਲੈ, ਬਸ ਇੱਕੋ ਹੀ ਵਾਹਿਗੁਰੂ ਦੇ ਨਾਮ ਰੂਪੀ ਰਸ ਆਨੰਦ ਦੇ ਵਿੱਚ ਸਦਾ ਦੇ ਲਈ ਉਹ ਐਸੀ ਜਿਹੜੀ ਮਸਤੀ ਦੇ ਵਿੱਚ ਹੀ ਜੁੜੇ ਰਹਿੰਦੇ ਹਨ। ਜਹ ਦੇਖਾਂ ਤਹ ਏਕ ਸਰੂਪੀ। ਫਿਰ ਉਹਨਾਂ ਦੀ ਦ੍ਰਿਸ਼ਟੀ ਕੈਸੀ ਹੋਣੀ ਹੈ ਵੀ ਜਿੱਧਰ ਵੀ ਦੇਖਣੇ ਉੱਪਰ ਪਰਮਾਤਮਾ ਨੂੰ ਹੀ ਚਾਰੇ ਪਾਸੇ ਇਹੋ ਜੀ ਦਿਵ ਦ੍ਰਿਸ਼ਟੀ ਦੁਆਰਾ ਦੇਖਣ ਲੱਗ ਜਾਂਦੇ ਨੇ। ਮਾਰਗ ਪਾਇਆ ਚੇਲੈ। ਜਿਹੜੇ ਨੇ ਸੇਵਕ ਦਾਸ, ਉਹਨਾਂ ਨੂੰ ਵੀ ਬਸ ਅਸੀਂ ਇਹੋ ਜਿਹੇ
ਗੁਰਮਤਿ ਦੇ ਮਾਰਗ ਦੇ ਵਿੱਚ ਪਾਇਆ ਹੋਇਆ ਹੈ। ਨਿਭੀ ਖੇਪ ਹਮਾਰੀ ਸਿੱਧੋ। ਐ ਸਿੱਧੋ ਸਾਡੀ ਤਾਂ ਪਰਮਾਤਮਾ ਦੇ ਚਰਨਾਂ ਦੇ ਨਾਲ ਸਦਾ ਦੇ ਲਈ ਨਿਭਾ ਚੁੱਕੀ ਹੈ। ਆਠ ਪਹਿਰ ਲਿਵ ਲਾਗੀ। 8 ਪੈਰ ਲਿਵ ਲੱਗੀ ਹੈ ਤੁਹਾਡੇ ਪਿਆਲਿਆਂ ਦੀ। ਕੋਈ ਲੋੜ ਨਹੀਂ ਸਾਨੂੰ ਨਾ ਪੀਣਾ ਨਾ ਜ਼ਰੂਰਤ ਹੈ, ਪਰ ਅਸੀਂ ਤਾਂ ਪਹਿਲਾਂ ਹੀ ਥੋੜ੍ਹਾ ਦੇਰ ਗਾਉਂ ਇੱਕ ਐਸਾ ਜਿਹੜਾ ਪਰਮਾਤਮਾ ਦੇ ਨਾਮ ਦਾ ਰਸ, ਪਰਮਾਤਮਾ ਦੇ ਨਾਮ ਦੀ ਜਿਹੜੀ ਮਸਤੀ ਪ੍ਰਾਪਤ ਕੀਤੀ ਹੋਈ ਹੈ। ਨਾਨਕ ਦਾਸ ਤਹਾਂ ਮਤ ਵਾਲਾ। ਨਾਨਕ ਦਾਸ ਤਾ ਮਤ ਵਾਲਾ। ਗੁਰੂ ਬਾਬਾ ਜੀ ਕਹਿਣ ਲੱਗੇ ਵੀ ਹੁਣ ਐਸਾ ਰਸ ਜਿਨ੍ਹਾਂ ਨੂੰ ਵੀ ਕਿਤੇ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੋ ਗਏ ਹੈ। ਜਹ ਏਕੰਕਾਰ ਵਿਰਾਗੀ। ਜੈ ਏਕੰਕਾਰ ਬਰਾਗੀ ਵੀ ਜਿੱਤੇ ਬੈਰਾਗ ਨੂੰ ਧਾਰਨ ਕਰਨ ਵਾਲਾ ਨਿਰਾਕਾਰ ਵਾਹਿਗੁਰੂ ਵਸਦਾ ਹੈ ਨਾ, ਉਹਦੇ ਵਿੱਚ ਹੀ ਫਿਰ ਸਦਾ ਦੇ ਲਈ ਉੱਠੇ ਪੈਰ ਦਿਨ ਰਾਤ ਉਹਨਾਂ ਦੀ ਜਿਹੜੀ ਬਿਰਤੀ ਜੁੜੀ ਰਹਿੰਦੀ ਹੈ। ਦੋਹਰਾ ਅਸ ਪ੍ਰਕਾਰ ਕੇ ਬਚਨ ਸੁਨ। ਇਹੋ ਜਿਹੇ ਪ੍ਰਵਚਨ ਜਿਹਦਾ ਸੁਣੇ ਗੋਰਖਨਾਥ ਦੇ ਸਮੇਤ ਸਾਰੇ ਸਦਾ ਨੇ ਬੜਾ ਹੈਰਾਨ ਹੋਣ ਲੱਗ ਪਏ ਸਾਰੇ ਹੀ। ਸਿੱਧ ਸਰਬ ਤਿਹ ਕਾਲ। ਜਦੋਂ ਐਸੇ ਅਗੰਮੀ ਬਚਨ ਵਾਹਿਗੁਰੂ ਦੇ ਨਾਮ ਦੇ ਰਸ ਦੇ ਪ੍ਰਤੀ ਗੁਰੂ ਬਾਬਾ ਜੀ ਨੇ ਬਚਨ ਕੀਤਾ ਸੀ ਉਹਨਾਂ ਦੇ ਸਾਹਮਣੇ। ਨਿਜ ਮਤ ਕੇ ਅਨੁਸਾਰ ਹਵੈ। ਉਸ ਸਮੇਂ ਸਤਿਗੁਰੂ ਜੀ ਨੇ ਹੁਣ ਆਪਣੇ ਗੁਰਮਤ ਦੇ ਸਿਧਾਂਤ ਦੇ ਮੁਤਾਬਕ ਇਹਨਾਂ ਨੂੰ ਇੱਕ ਐਸਾ ਪਰਮਾਤਮਾ ਦੇ ਨਾਮ ਦਾ ਜਿਹੜਾ ਰਸ ਹੈ ਨਾ, ਉਹਦੇ ਪ੍ਰਥਾਏ ਸਮਝਾਉਣਾ ਕੀਤਾ ਹੈ। ਬੋਲੇ ਪਰਮ ਰਸਾਲ। ਬੋਲੇ ਪਰਮ ਰਸਾਲ ਬੜਾ ਰਸ, ਬੜਾ ਆਨੰਦ ਭਰਿਆ ਹੋਇਆ ਨਾ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨਾਂ 'ਚ ਸਿੱਧਨ ਵਾਚ ਧਨ ਜੋਵਨ ਕੀ ਕਰੇ ਨਾ ਆਸਾ। ਉਸ ਸਮੇਂ ਸਿੱਧ ਕਹਿਣ ਲੱਗੇ ਵੀ ਪਰਬਤ ਨਾਮ ਦਾ ਜਿਹੜਾ ਸਿੱਧ ਹੈ ਉਹਨੇ ਬੇਨਤੀ ਕੀਤੀ ਧਨ ਜੋਵਨ ਕੀ ਕਰੇ ਨਾ ਆਸਾ, ਵੀ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਨਾ ਧਨ ਦੀ ਮਾਇਆ ਦੀ ਜੋਵਨ ਦੀ ਕਦੇ ਵੀ ਕੋਈ ਐਸੀ ਇੱਛਾ ਨਹੀਂ ਪੈਦਾ ਹੁੰਦੀ ਵੀ ਮੈਨੂੰ ਬੜਾ ਸੁੰਦਰ ਜਿਹੜਾ ਸੁਹੱਪਣ ਪ੍ਰਾਪਤ ਹੋਣਾ ਚਾਹੀਦਾ ਹੈ, ਮੈਨੂੰ ਜੀ ਆ ਇਤਨੀ ਮਾਇਆ ਜੇ ਮਿਲ ਗਈ ਮੈਂ ਬੜਾ ਅਮੀਰ ਤਨਾੜ ਬਣ ਜਾਊਂਗਾ। ਜੋਵਨ ਤਨ ਪ੍ਰਭਤਾ ਕਹਿ ਮਦ ਮੈਂ ਐਨ ਸਰੈ ਦੇਵਾਨਾ। ਬਾਬਾ ਫਰੀਦ ਜੀ ਨੇ ਵੀ ਐਸੇ ਵਚਨ ਕੀਤੇ ਹੋਏ ਨੇ ਸ਼ਲੋਕਾਂ ਦੇ ਵਿੱਚ। ਜੋਵਨ ਜਾਂਦੇ ਨਾ ਡਰਾਂ ਜਿਸ ਹੈ ਪ੍ਰੀਤ ਨਾ ਜਾਏ। ਕਹਿੰਦੇ ਮੈਨੂੰ ਜਵਾਨੀ ਦੀ ਕੋਈ ਪਰਵਾਹ ਹੀ ਨਹੀਂ ਮਨ ਦੇ ਵਿੱਚ। ਜੋਵਨ ਜਾਂਦੇ ਨਾ ਡਰਾਂ, ਜੇ ਚਲਿਆ ਜਾਵੇ ਚਲੇ ਜਾਓ ਕੋਈ ਗੱਲ ਨਹੀਂ। ਜਿਸ ਹੈ ਪ੍ਰੀਤ ਨਾ ਜਾਏ, ਪਰ ਮੇਰੇ ਚਿੱਤ ਦੇ ਅੰਦਰੋਂ ਜਿਹੜੀ ਅੱਲਾਹ ਤਾਲਾ ਦੀ ਪ੍ਰੀਤੀ ਇਹ ਨਹੀਂ ਕਦੇ ਦੂਰ ਹੋਣੀ ਚਾਹੀਦੀ। ਫਰੀਦਾ ਕੀਤੀ ਜੋਵਨ ਪ੍ਰੀਤ ਵਿਨ ਸੁੱਕ ਗਏ ਕੁਮਲਾਏ। ਵੀ ਐਸ ਸੱਚੀ ਪ੍ਰੀਤੀ ਤੋਂ ਬਗੈਰ ਪਤਾ ਨਹੀਂ ਕਿਤਨੀਆਂ ਜਿਹੜੀਆਂ ਜਵਾਨੀਆਂ ਫਰੀਦਾ ਕੀਤੀ ਜੋਵਨ ਪ੍ਰੀਤ ਵਿਨ ਸੁੱਕ ਗਏ ਕੁਮਲਾਏ। ਸੁੱਕ ਕੇ ਬਸੇ ਕੁਮਲਾ ਕਰਕੇ ਬਰਬਾਦ ਹੋ ਚੁੱਕੀਆਂ ਹਨ। ਧਨ ਜੋਵਨ ਕੀ ਕਰੇ ਨਾ ਆਸਾ, ਵੀ ਜਿਹੜੇ ਨਾ ਜਵਾਨੀ ਦੀ ਨਾ ਮਾਇਆ ਦੀ ਕਦੇ ਵੀ ਕੋਈ ਮਨ ਦੇ ਵਿੱਚ ਜਿਨ੍ਹਾਂ ਨੇ ਆਸਾ ਧਾਰਨ ਨਹੀਂ ਕੀਤੀ ਹੈ, ਪਰ ਤ੍ਰੇ ਅੰਗ ਨਾ ਲਾਵੇ ਪਾਸਾ। ਕਦੇ ਵੀ ਪਰਾਏ ਘਰ ਦੇ ਵੱਲ ਬੋੜੀ ਨਜ਼ਰ ਦੇ ਨਾਲ ਨਹੀਂ ਤੱਕਦੇ ਹਨ। ਨਾਦ ਬਿੰਦ ਘਟ ਪੀਤਰ ਧਰੈ। ਨਾਦ ਬਿੰਦ ਘਟ ਪੀਤਰ ਧਰੈ। ਜਿਹੜਾ ਨਾ ਗੁਰੂ ਦਾ ਉਪਦੇਸ਼ ਉਹਨੂੰ ਬਸ ਆਪਣੇ ਅੰਦਰ ਹੀ ਸਦਾ ਦੇ ਲਈ ਵਸਾ ਕੇ ਰੱਖਦੇ ਨੇ ਜਿਹੜੇ
ਉੱਤਮ ਜਗਿਆਸੂ ਹਨ। ਤਿਸ ਕੀ ਸੇਵਾ ਪਰਬਤ ਕਰੈ। ਪਰਬਤ ਸਿੱਧ ਕਹਿੰਦਾ ਵੀ ਜਿਨ੍ਹਾਂ ਨੇ ਐਸੇ ਗੁਣ ਧਾਰਨ ਕਰ ਲਏ, ਮੈਂ ਤਾਂ ਉਹਨਾਂ ਦੀ ਸੇਵਾ ਕਰਨ ਵਾਸਤੇ ਸਦਾ ਦੇ ਲਈ ਦਿਨ ਰਾਤ ਅੱਟੇ ਪੈਰ ਤਿਆਰ ਵਰ ਤਿਆਰੈ ਨਾ। ਤਿਸ ਕੀ ਸੇਵਾ ਪਰਬਤ ਕਰੈ, ਜਿਨ੍ਹਾਂ ਦੇ ਮਨ ਦੇ ਅੰਦਰ ਐਸੀਆਂ ਜਿਹੜੀਆਂ ਸ਼ੁਭ ਵਿਚਾਰਾਂ ਪੈਦਾ ਹੋ ਗਈਆਂ। ਬੋਲੇ ਪਰਬਤ ਸਤ ਸਰੂਪ। ਬੋਲੇ ਪਰਬਤ ਸਤ ਸਰੂਪ, ਵੀ ਜਿਹੜਾ ਪਰਮਾਤਮਾ ਸਤ ਚਿਤ ਔਰ ਤ੍ਰੈ ਕਾਲ ਅਬਾਦ ਸਰੂਪ ਹੈ। ਪਰਮ ਤਤ ਮਹਿ ਰੇਕ ਨਾ ਰੂਪ। ਪਰਮ ਤੰਤ ਮੈਂ ਰੇਖਣਾ ਰੂਪ, ਉਸ ਨਿਰਗੁਣ ਪਰਮਾਤਮਾ ਦੇ ਵਿੱਚ ਕੋਈ ਐਸਾ ਚਿੰਨ੍ਹ ਨਿਸ਼ਾਨੀਆਂ, ਜਿਵੇਂ ਪਹਿਲੇ ਸਮਿਆਂ ਦੇ ਵਿੱਚ ਮੱਛ ਕੱਛ ਵਗੈਰਾ ਅਵਤਾਰ ਹੋਏ ਹਨ, ਕੋਈ ਵੀ ਪਰਮ ਤੰਤ ਮੈਂ ਰੇਖਣਾ ਰੂਪ ਇਹੋ ਜਿਹੀ ਨਿਸ਼ਾਨੀ ਤੇ ਕੋਈ ਵੀ ਜਿਹੜਾ ਉਹਦੇ ਵਿੱਚ ਚਿੰਨ੍ਹ ਨਹੀਂ ਪਾਇਆ ਜਾਂਦਾ। ਮਹੱਲਾ ਪਹਿਲਾ। ਸੋ ਗਿਰਹੀ ਜੋ ਨਿਗ੍ਰਹ ਕਰੈ। ਸੋ ਗਿਰੀ ਜੋ ਨਿਗਰੋ ਕਰੈ। ਉਸ ਸਮੇਂ ਸਿੱਧਾ ਨੇ ਪੁੱਛਿਆ ਮਹਾਰਾਜ ਵੀ ਜਿਹੜੇ ਗੈਤੀ ਜਾਂ ਫਿਰ ਪਰਿਵਾਰਾਂ ਵਾਲੇ ਆਪਾਂ ਕਹਿ ਦਿੰਦੇ ਹਾਂ, ਉਹ ਕਿਹੋ ਜਿਹੇ ਹੋਇਆ ਕਰਦੇ ਹਨ। ਸੋ ਗਿਰੀ ਜੋ ਨਿਗਰਹ ਕਰੈ, ਵੀ ਉਹ ਦਰਅਸਲ ਸੱਚਾ ਜਿਹੜਾ ਪਰਿਵਾਰ ਵਾਲਾ ਗ੍ਰਸਤੀ ਹੈ, ਜੋ ਨਿਗਰੋ ਕਰੈ, ਵੀ ਜਿਨ੍ਹਾਂ ਨੇ ਆਪਣੇ ਪੰਜ ਜਿਹੜੇ ਗਿਆਨ ਇੰਦਰੇ ਉਹਨਾਂ ਨੂੰ ਕੰਟਰੋਲ ਕਰ ਲਿਆ, ਉਹਨਾਂ ਨੂੰ ਦਮਨ ਕਰਨੋਂ ਰੋਕ ਲਿਆ, ਕੰਨਾਂ ਨੂੰ, ਅੱਖਾਂ ਨੂੰ, ਨਾਸਾਂ ਨੂੰ, ਇਹਨਾਂ ਨੂੰ ਇਹ ਜਿਹੜੇ ਗਿਆਨ ਇੰਦਰੇ ਕਹਿ ਦਿੰਦੇ ਹਨ। ਵੀ ਜਿਹੜੇ ਇਹਨਾਂ ਗਿਆਨ ਇੰਦਰੀਆਂ ਨੂੰ ਆਪਣੇ ਬਾਦ ਦੇ ਵਿੱਚ ਰੱਖਣ ਵਾਲੇ ਪ੍ਰੇਮੀ, ਉਹ ਜਿਹੜੇ ਦਰਅਸਲ ਸੱਚੇ ਗ੍ਰਹਿਤੀ ਪਰਿਵਾਰ ਵਾਲੇ ਹੋਇਆ ਕਰਦੇ ਹਨ। ਜਪ ਤਪ ਸੰਜਮ ਭੀਖਿਆ ਕਰੈ। ਜਪ ਤਪ ਸੰਜਮ ਭੀਖਿਆ ਕਰੈ। ਭਗਵਾਨ ਦੇ ਚਰਨਾਂ 'ਚੋਂ ਮੰਗਦੇ ਕੀ ਨੇ? ਉਹ ਸਦਾ ਵਾਸਤੇ ਵੀ ਮੈਂ ਵੱਧ ਤੋਂ ਵੱਧ ਵਾਹਿਗੁਰੂ ਮੰਤਰ ਦਾ ਕਰਾਂ ਜਾਪ। ਜਪ ਤਪ ਸੰਜਮ ਭੀਖਿਆ ਕਰੈ। ਕਿਹੋ ਜੀ ਭਿੱਖਿਆ ਮੰਗਦੇ ਨੇ? ਪਰਮਾਤਮਾ ਦੇ ਦਰ ਤੋਂ। ਦੂਜੇ ਨੰਬਰ 'ਤੇ ਕੀ ਹੈ? ਸਾਰਿਆਂ ਨਾਲੋਂ ਵੱਡਾ ਜਿਹੜਾ ਤਪ ਗੁਰੂ ਬਾਬਾ ਜੀ ਦੇ ਦਰਗਾਹ ਦੇ ਵਿੱਚ ਮੰਨਿਆ ਜਾਂਦਾ ਹੈ, ਗੌਰ ਸੇਵਾ ਤਪਾ ਸਿਰ ਤਪ ਸਾਰ। ਜਪ ਤਪ ਸੰਜਮ ਭੀਖਿਆ ਕਰੈ। ਜਪ ਦੀ ਔਰ ਆ ਜਿਹੜਾ ਸੇਵਾ ਰੂਪੀ ਬਹੁਤ ਵੱਡਾ ਮਹਾਨ ਤਪ ਸੰਜਮ, ਜਿਹੜੇ ਫਿਰ ਇਹ ਆਪਣੇ ਜਿਹੜੇ ਗਿਆਨ ਇੰਦਰੀ ਨੇ ਨਾ, ਉਹਨਾਂ ਨੂੰ ਵੀ ਬੜੇ ਸੰਜਮ ਦੇ ਵਿੱਚ ਕੰਟਰੋਲ ਦੇ ਨਾਲ ਰੱਖਦੇ ਹਨ। ਜਪ ਤਪ ਸੰਜਮ ਭਿੱਖਿਆ ਕਰੈ। ਜਿਹੜੇ ਵਾਹਿਗੁਰੂ ਦੇ ਦਰ ਤੋਂ ਜਪ ਕਰਨਾ, ਤਪ ਕਰਨਾ, ਸੰਜਮ ਅੰਦਰਲਾ ਜਿਹੜਾ ਇੱਕ ਬਾਹਰਲਾ ਸੰਜਮ ਹੈ, ਵੀ ਥੋੜਾ ਸਵੈ ਥੋੜਾ ਹੀ ਖਾਵੈ, ਬੜੇ ਸੰਜਮ ਦੇ ਨਾਲ ਆਪਾਂ ਕਹਿੰਦੇ ਨੇ ਵੀ ਇਹ ਤਾਂ ਬੜੇ ਸੰਜਮ ਦੇ ਨਾਲ ਖਾਂਦਾ ਪੀਂਦਾ ਹੈ। ਪਰ ਜਿਹੜਾ ਹੈ ਅੰਦਰਲਾ ਸੰਜਮ, ਜਿਹੜੇ ਧਾਰਨ ਕਰਨਾ ਪ੍ਰਭੂ ਦੇ ਚਰਨਾਂ 'ਚੋਂ, ਜਿਹੜੇ ਇਹੋ ਜਿਹੀ ਭਿੱਖਿਆ ਸਦਾ ਵਾਸਤੇ ਮੰਗਦੇ ਰਹਿੰਦੇ ਹਨ। ਪੁੰਨ ਦਾਨ ਕਾ ਕਰੇ ਸਰੀਰ। ਪੁੰਨ ਦਾਨ ਕਾ ਕਰੈ ਸਰੀਰ, ਵੀ ਇਸ ਸਰੀਰ ਦੁਆਰਾ ਜਿਹੜੇ ਸਦਾ ਦੇ ਲਈ ਦਾਨ ਵੀ, ਪੁੰਨ ਵੀ ਔਰ ਸ਼ੁਭ ਕਰਮ ਸਦਾ ਦੇ ਲਈ ਕਰਦੇ ਰਹਿੰਦੇ ਹਨ। ਪੁੰਨ ਦਾਨ ਕਾ ਕਰੈ ਸਰੀਰ। ਜਾਂ ਫਿਰ ਜਿਨ੍ਹਾਂ ਨੇ ਹਰੀ ਚੰਦ ਰਾਜੇ ਦੇ ਸਮਾਨ ਵਿਸ਼ਵਾਮਿੱਤਰ ਦੇ ਅੱਗੇ ਆਪਣਾ ਸਰੀਰ ਹੀ ਭੇਟਾ ਕਰਦਾ ਤਾਂ ਵੀ ਸਰੀਰ ਵੀ ਮੈਂ ਦਾਨ ਕਰ ਦੇਣਾ ਤੁਹਾਨੂੰ, ਹੋਰ ਤਾਂ ਕੋਈ ਬਾਕੀ ਬਚਿਆ ਨਹੀਂ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ
ਦੂਜਿਆਂ ਦੇ ਧਰਮ ਦੀ ਰੱਖਿਆ ਕਰਨ ਦੇ ਲਈ ਆਪਣਾ ਸੀਸ ਹੀ ਦੇਖੋ ਕਿਵੇਂ ਕੁਰਬਾਨ ਕੀਤਾ ਸੀ ਨਾ। ਪੁੰਨ ਦਾਨ ਕਾ ਕਰੈ ਸਰੀਰ, ਬਸ ਜਿਨ੍ਹਾਂ ਨੇ ਆਪਣੇ ਸਰੀਰ ਨੂੰ ਦਾਨ ਤੇ ਪੁੰਨ ਦਾ ਰੂਪ ਬਣਾ ਲਿਆ। ਸੋ ਗਿਰਹੀ ਗੰਗਾ ਕਾ ਨੀਰ, ਸੋ ਗਿਰੀ ਗੰਗਾ ਕਾ ਨੀਰ। ਉਹਨਾਂ ਸਮਿਆਂ ਦੇ ਵਿੱਚ ਕੋਈ ਅਜੇ ਜ਼ਿਆਦਾ ਜਿਵੇਂ ਅੱਜ ਕੱਲ੍ਹ ਆਪਾਂ ਵੱਡੇ ਵੱਡੇ ਮਹਾਰਾਜ ਦੇ ਪਾਵਨ ਸਥਾਨਾਂ ਦੇ ਦਰਸ਼ਨ ਕਰਦੇ ਹਾਂ। ਸ੍ਰੀ ਅੰਮ੍ਰਿਤਸਰ ਹੈ, ਖੰਡੂਰ ਸਾਹਿਬ ਹੈ, ਔਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਪਟਨਾ ਸਾਹਿਬ, ਕਿਤਨੇ ਸਥਾਨ ਨੇ ਸਾਹਿਬਾਂ ਦੇ ਬਣੇ ਹੋਏ। ਪਰ ਉਹਨਾਂ ਸਮਿਆਂ ਦੇ ਵਿੱਚ ਅਸਥਾਨ ਤਾਂ ਜੀ ਹੋਂਦ ਦੇ ਵਿੱਚ ਨਹੀਂ ਸੀ ਆਏ। ਸੋ ਗਿਰੀ ਗੰਗਾ ਕਾ ਨੀਰ, ਗੁਰੂ ਬਾਬਾ ਜੀ ਨੇ ਬਸ ਇੱਕ ਗੰਗਾ ਦੇ ਜਲ ਦੀ ਜਿਹੜੀ ਉਦਾਹਰਣ ਆਪਣੇ ਵੱਲੋਂ ਪ੍ਰਵਾਨ ਦਿੱਤਾ ਵੀ ਉਹ ਜਿਹੜੇ ਪ੍ਰੇਮੀ ਪਰਿਵਾਰਾਂ ਵਾਲੇ ਦਾਨ ਪੁੰਨ ਕਰਦਿਆਂ ਸੋ ਗਿਰੀ ਗੰਗਾ ਕਾ ਨੀਰ, ਗੰਗਾ ਮਈਆ ਦੇ ਜਲ ਦੇ ਸਮਾਨ ਬੜੇ ਪਵਿੱਤਰ ਹੋ ਗਏ ਜਿਨ੍ਹਾਂ ਨੇ ਐਸਾ ਗੁਣ ਧਾਰਨ ਕਰ ਲਿਆ। ਬੋਲੇ ਈਸਰ ਸਤ ਸਰੂਪ, ਬੋਲਾ ਈਸਰ ਸਤ ਸਰੂਪ। ਜਿਹੜਾ ਈਸਰ ਸਿੱਧ ਉਹਨੇ ਇਹ ਜਿਹੜਾ ਸਵਾਲ ਪਾਇਆ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਵੀ ਗ੍ਰਸਤੀ ਔਰ ਪਰਿਵਾਰ ਵਾਲਾ ਸਾਰਿਆਂ ਨਾਲ ਉੱਤਮ ਕੌਣ ਹੋ ਸਕਦਾ ਹੈ ਦੁਨੀਆ ਦੇ ਵਿੱਚ। ਬੋਲਾ ਈਸਰ ਸਤ ਸਰੂਪ, ਜਿਹੜਾ ਨਿਰਗੁਣ ਪਰਮਾਤਮਾ ਸਦਾ ਦੇ ਲਈ ਸਤ ਸਰੂਪ ਹੈ। ਪਰਮ ਤੰਤ ਮਹਿ ਰੇਖ ਨਾ ਰੂਪ, ਪਰਮ ਤੰਤ ਮੈਂ ਰੇਖਾ ਨਾ ਰੂਪ। ਉਸ ਨਿਰਗੁਣ ਪਰਮਾਤਮਾ ਦੇ ਵਿੱਚ ਕੋਈ ਵੀ ਐਸੀ ਨਿਸ਼ਾਨੀ, ਕੋਈ ਚਿੰਨ੍ਹ, ਮੱਛ ਕਛ ਅਵਤਾਰਾਂ ਦੇ ਸਮਾਨ ਨਹੀਂ ਪਾਇਆ ਜਾਂਦਾ। ਪਰਮ ਤੰਤ ਮੈਂ ਰੂਪ ਨਾ ਰੇਖ, ਨਾ ਉਹਦੀ ਕੋਈ ਰੇਖ ਹੈ ਤੇ ਨਾ ਕੋਈ ਰੂਪ ਹੀ ਨਹੀਂ ਹੋ ਸਕਦਾ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਨਿਰਗੁਣ ਪਰਮਾਤਮਾ ਦਾ ਜਸ ਕਰਦਿਆਂ ਹੋਇਆ ਇੱਕ ਸ਼ਲੋਕ ਵੀ ਉਚਾਰਨ ਕੀਤਾ ਹੋਇਆ। ਰੂਪ ਨ ਰੇਖ ਨ ਰੰਗ ਕਿਛ, ਤ੍ਰੈ ਗੁਣ ਤੈ ਪ੍ਰਭਿਨ, ਤਿਸੈ ਬਜਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਬਜਾਉਂਦਾ ਕਿਹਨੂੰ ਹੈ? ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਹੁਣ ਜਿਸ ਦੀ ਨਾ ਕੋਈ ਰੇਖ ਹੈ, ਨਾ ਰੂਪ ਹੈ, ਨਾ ਰੰਗ ਹੈ, ਨਾ ਆਕਾਰ ਹੈ, ਜਿਹਨੂੰ ਕਹਿੰਦੇ ਨੇ ਅਭੀ ਨਿਰਾਕਾਰ, ਆਕਾਰ ਤੋਂ ਰਹਿਤ ਨਿਰਗੁਣ ਭਗਵਾਨ। ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਉਸ ਵੱਡੇ ਭਾਗਾਂ ਵਾਲੇ ਜਗਿਆਸੂ ਨੂੰ ਵਿਰੋਧੀ ਸੋਝੀ ਪੈਂਦੀ ਹੈ, ਜਿਹਦੇ ਉੱਪਰ ਪਰਮਾਤਮਾ ਬਸ ਆਪ ਹੀ ਤਰੋਟ ਕਰਕੇ ਐਸੀ ਰਹਿਮਤ ਕਿਰਪਾ ਕਰਦੇ ਹੋਣ ਜਿਸ ਪ੍ਰਕਾਰ ਸਿੱਧਾ ਨੇ ਆਪੋ ਆਪਣੀ ਬੁੱਧੀ ਦੇ ਮੁਤਾਬਕ ਗੁਰੂ ਬਾਬਾ ਜੀ ਦੇ ਅੱਗੇ ਕਈ ਇਹੋ ਜਿਹੇ ਪ੍ਰਸ਼ਨ, ਇਹੋ ਜਿਹੀਆਂ ਬੇਨਤੀਆਂ ਕਰਨੀਆਂ ਨੇ। ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਬੋਲੇ ਈਸਰ ਸਤ ਸਰੂਪ, ਪਰਮ ਤੰਤ ਮਹਿ ਰੇਖ ਨਾ ਰੂਪ। ਬੋਲੇ ਈਸਰ ਸਤ ਸਰੂਪ, ਪਰਮ ਤੰਤ ਮਹਿ ਰੇਖ ਨਾ ਰੂਪ। ਏ ਚੁਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ।